सोधी तरत लुकाई जी विच तलवंडी प्रगट होके। सोधी तरत लुकाई जी विच तलवंडी प्रगट होके। बोलो बिच तलवंडी प्रगट होके। बिच तलवंडी प्रगट होके। बोलो बिच तलवंडी प्रगट होके। 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 हाँ जी सोधी तरत लुकाई जी विच तलवंडी प्रगट होके। सोधी तरत लुकाई जी विच तलवंडी प्रगट होके। प्रगट होके। प्रगट होके। होते दर्द लुकाई जी विच तलवंडी प्रगट होके। जगत जलंदा तारण दे लई इक जलाही जोत आई। विच तलवंडी प्रगट होके। सोधी तरत लुकाई। जगत जलंदा तारण दे लई एक जोत इलाही आई। विच तलवंडी प्रगट होके। सोधी तरत लुकाई। जुगो जुग अटल चबर तख्त दे मालक गुरगद्दी ते विराजमान प्रतख सतगुरु सारी दुनिया दे सांझे रहबर दसां पातशाहियां दे आत्मिक स्वरूप धन श्री गुरु ग्रंथ साहिब जी दे चरनां विच जुड़ बैठी गुरु रूप गुरु प्यारी ते गुरु सवारी साध संगत जी आओ। जिन्नी क संगत गुरु चरणां 'च बैठी है प्यार सत्कार नाल फतेह दी सांझ पाओ। गुरु साहब जी दे चरणां विच साडी हाजी तुहाडी सारियां दी हाजरी लगे। गज के प्यार नाल आखो जी वाहिगुरु जी का खालसा वाहिगुरु जी की फतेह। अज दा जो कीर्तन दा समागम है ये गुरु नानक साहब जी नूं समर्पित है। जगह जगह दे उत्ते गुरु नानक साहब जी दा ये पुरब गुरु कीआं संगतां बड़े प्यार विच मना रहीआं ने। जिथे भी गुरु नानक साहब जी दे सिख बैठे ने उत्थे उत्थे बड़े प्यार विच गुरु के सिख गुरु साहब जी दा ये पुरब मना रहे ने। तुहानूं भी सारियां नूं गुरु साहब जी ने समा दिता है, बख्शिया है। भाई मोहन सिंह नाल कई दिन पहला काफ़ी दिन पहला गल हुई सी। मेरे दिमाग चों निकल गया। साडे नगर दे विच सवेरे भी कीर्तन दा दीवान सी, हुण शाम नूं भी रख लिया उन्होंने। इन्हां नाल एक वारी गल हुई सी, मुड़ के हुई ना। अज फिर घर आ गए मेरे, कहंदे जी भी कीर्तन दा समा रखिया होया। मैं कहा भी ये तो पिंड वालियां ने भी रखिया होया है, बड़ा औखा हो गया। फिर थोड़ा जिहा समा उन्हां नूं भी उत्थे लगा के फिर इत्थे असीं पहुंचे हाँ। सतगुरु जी हाजरी भरा रहे ने।
ਆਪਣੀ ਉਸਤਤ ਵਡਿਆਈ ਕਰਨ ਦਾ ਸਮਾਂ ਸਤਿਗੁਰੂ ਜੀ ਸਾਨੂੰ ਬਖਸ਼ ਰਹੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਵਿੱਚ, ਭਾਈ ਗੁਰਦਾਸ ਜੀ ਨੂੰ ਪੁੱਛੋ ਭਾਈ ਸਾਹਿਬ ਜੀ ਵੀ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਕਿਉਂ ਆਏ? ਤੇ ਭਾਈ ਗੁਰਦਾਸ ਜੀ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਦੱਬੇ ਕੁਚਲੇ ਜਿਹੜੇ ਲੋਕ ਸੀ, ਜਿਹੜੇ ਢੇਰੀ ਹੋਏ ਲੋਕ ਸੀ, ਉਹਨਾਂ ਦੀ ਪੁਕਾਰ, ਉਹਨਾਂ ਦੇ ਦਰਦ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਉੱਤੇ, ਸੰਸਾਰ ਨੂੰ ਤਾਰਨ ਵਾਸਤੇ ਆਏ ਨੇ। ਕਾਹਦੇ ਨਾਲ ਤਾਰਿਆ ਗੁਰੂ ਜੀ ਨੇ? ਬਾਣੀ ਨਾਲ। ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੁਗਤੀ ਨਾਲ ਗੁਰੂ ਸਾਹਿਬ ਜੀ ਨੇ ਲੋਕਾਂ ਨੂੰ ਰਾਹ ਦੇ ਉੱਤੇ ਤੁਰਿਆ, ਜੁਗਤੀ ਦੇ ਰਾਹ। ਆਪਾਂ ਇੱਕ ਕਵਿਤਾ ਪੜ੍ਹੀ ਹੈ, ਉਸ ਕਵਿਤਾ ਨੂੰ ਆਪਾਂ ਥੋੜਾ ਜਿਹਾ ਵਿਚਾਰ ਲਈਏ। ਕਹਿੰਦੇ ਨੇ, ਚੜਿਆ ਸੋਧਣ ਧਰਤ ਲੁਕਾਈ, ਚੜਿਆ ਸੋਧਣ ਧਰਤ ਲੁਕਾਈ, ਤੱਕੀ ਜਦ ਬਰਬਾਦੀ ਸੀ। ਸੰਸਾਰ ਦੀ ਬਰਬਾਦੀ ਹੋ ਰਹੀ ਸੀ। ਗੁਰੂ ਜੀ ਨੇ ਵੇਖਿਆ ਸੰਸਾਰ 'ਚ ਆ ਕੇ ਵੀ ਇਹ ਤਾਂ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਬਹੁਤ ਬਰਬਾਦੀ ਹੋ ਰਹੀ ਹੈ, ਧਰਮ ਦੀ ਹਾਨੀ ਹੋ ਰਹੀ ਹੈ। ਸੱਚੇ ਸੁੱਚੇ ਲੋਕ ਜਿਹੜੇ ਸੀ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਸਮਾਂ ਸੀ ਨਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੋ, ਮਹਾਰਾਜ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ, ਸੰਸਾਰ ਦੀ ਹਾਲਤ ਕੀ ਸੀ? ਕੀ ਹਾਲਤ ਸੀ? ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ, ਕਹਿੰਦੇ ਕਲ ਕਾਤੀ ਰਾਜੇ ਕਾ ਸਾਈ। ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਦੀ ਲੋਕਾਂ ਦੀ, ਇਸ ਸ੍ਰਿਸ਼ਟੀ ਦੀ ਹਾਲਾਤ ਜਿਹੜੇ ਸੀ ਉਹ ਕਿਸ ਤਰ੍ਹਾਂ ਦੀ? ਕਹਿੰਦੇ ਨੇ ਕਲ ਕਾਤੀ ਰਾਜੇ ਕਾ ਸਾਈ। ਕਲਯੁਗ ਦੇ ਰਾਜੇ ਕਸਾਈ ਬਣ ਗਏ। ਕਸਾਈ ਉਹ ਹੁੰਦੇ ਨੇ ਸਾਧ ਸੰਗਤ ਜੀ, ਜਿਹੜੇ ਕਸਾਈ ਜਿਹੜੇ ਨੇ ਉਹ ਪਸ਼ੂਆਂ ਨੂੰ ਮਾਰਦੇ ਨੇ, ਵੱਢਦੇ ਨੇ। ਰਾਜੇ ਕਸਾਈ ਕਿਵੇਂ ਬਣ ਗਏ? ਰਾਜਿਆਂ ਨੇ ਪ੍ਰਜਾ ਨੂੰ, ਪ੍ਰਜਾ ਦੇ ਹੱਕਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਅੱਜ ਵੀ ਇਹੀ ਹਾਲ ਹੈ। ਆ ਜਿਹੜਾ ਦਿੱਲੀ ਭਰੀ ਪਈ ਹੈ ਨਾ, ਇਹਦਾ ਕਾਰਨ ਇਹੀ ਹੈ। ਰਾਜੇ ਜਿਹੜੇ ਨੇ, ਅੱਜ ਦਾ ਦੌਰ ਵੀ ਇਹੀ ਹੈ। ਅੱਜ ਵੀ ਸਾਧ ਸੰਗਤ ਜੀ ਉਹ ਰਾਜੇ ਜਿਹੜੇ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ, ਮਿਹਨਤੀ ਲੋਕਾਂ ਦੀ, ਕਿਰਤ ਕਰਨ ਵਾਲੇ ਲੋਕਾਂ ਦੀ, ਹੱਕ ਸੱਚ ਦੀ ਕਮਾਈ ਨੂੰ ਹੜੱਪਣ ਲੱਗੇ। ਉਦੋਂ ਵੀ ਇਹੀ ਹਾਲਾਤ ਸੀ। ਰਾਜੇ ਕਸਾਈ ਬਣ ਗਏ। ਅੱਜ ਦੇ ਵੀ ਜਿਹੜੇ ਰਾਜੇ ਨੇ ਕਹਿ ਲੋ, ਉਹ ਚੌਧਿਆਂ ਤੇ ਬੈਠੇ ਨੇ, ਉਹ ਵੀ ਕਸਾਈ ਨੇ। ਵੀ ਕਿਹੜਾ ਢੰਗ ਹੈ? ਜਿਸ ਢੰਗ ਦੇ ਨਾਲ ਲੋਕਾਂ ਤੋਂ ਪੈਸਾ ਜਿਹੜਾ ਹੈ ਉਹ ਆਪ ਹੜੱਪਿਆ ਜਾਵੇ ਤੇ ਇਹਨਾਂ ਲੋਕਾਂ ਨੂੰ ਥੱਲੇ ਹੀ ਦਬਾਈ ਰੱਖਿਆ ਜਾਵੇ, ਬਿਲਕੁਲ ਥੱਲੇ ਹੀ ਰਹਿਣ। ਇਹ ਜਿਹੜੀ ਸਾਡੀ ਭਾਰਤ ਦੀ, ਇੰਡੀਆ ਦੀ ਸਾਧ ਸੰਗਤ ਜੀ ਥਿਊਰੀ ਹੈ ਨਾ ਰਾਜਨੀਤਿਕ ਲੋਕਾਂ ਦੀ, ਉਹ ਇਹ ਹੈ ਵੀ ਇੱਥੋਂ ਦੇ ਜਿਹੜੇ ਲੋਕ ਨੇ ਉਹ ਦਬੇ ਹੀ ਰਹਿਣ, ਥੱਲੇ ਹੀ ਰਹਿਣ। ਜਿਹੜੇ ਸਾਧ ਸੰਗਤ ਜੀ ਰਾਜਨੀਤਿਕ ਬੰਦੇ ਹੁੰਦੇ ਨੇ, ਇਹਨਾਂ ਨੂੰ ਇਉਂ ਹੁੰਦਾ ਵੀ ਲੋਕ ਜਿਹੜੇ ਨੇ ਇਹ ਜਦੋਂ ਦਬੇ ਰਹਿਣਗੇ ਤੇ ਸਾਡੀ ਜਿਹੜੀ ਅਹੁਦੇ ਨੇ ਉਦੋਂ ਤੱਕ ਬਣੇ ਰਹਿਣਗੇ। ਜਦੋਂ ਲੋਕ ਜਿਹੜੇ ਨੇ ਅਵੇਅਰ ਹੋ ਜਾਂਦੇ ਨੇ, ਜਦੋਂ ਲੋਕਾਂ ਨੂੰ ਸੁਰਤ ਆ ਜਾਂਦੀ ਹੈ, ਉਦੋਂ ਫਿਰ ਸਾਧ ਸੰਗਤ ਜੀ ਵੱਡੇ ਵੱਡੇ ਅਹੁਦੇਦਾਰਾਂ ਨੂੰ, ਉੱਚ ਅਹੁਦਿਆਂ ਤੇ ਬੈਠਿਆਂ ਹੋਏ ਲੋਕਾਂ ਨੂੰ ਫਿਰ ਫਿਕਰ ਪੈ ਜਾਂਦਾ ਹੈ ਵੀ ਜੇ ਲੋਕ ਸਿਆਣੇ ਹੋ ਗਏ ਫਿਰ ਸਾਡੇ ਅਹੁਦੇ ਸਾਡੇ ਤੋਂ ਖੁੱਸ ਜਾਣਗੇ, ਸਾਡੇ ਅਹੁਦੇ ਸਾਡੇ ਕੋਲ ਨਹੀਂ ਰਹਿਣਗੇ। ਇਸ ਕਰਕੇ ਜਿਹੜੇ ਰਾਜਨੀਤਿਕ ਬਹੁਤਾਤ ਲੋਕ ਐਸੇ ਨੇ ਜਿਹੜੇ ਸਾਧ ਸੰਗਤ ਜੀ ਆਪਣੇ ਲੋਕਾਂ ਨੂੰ
समाज दे लोकां नूं दबा के ही रखते ने, किसी ना किसी ढंग नाल दबा के ही रखना। हुण अज जिमीदार सड़कां ते बैठे है, टोल प्लाजियां ते बैठे है, रेलवे लाइनां ते बैठे ने। हुण अपने कारोबार छड्ड के, अपने घर छड्ड के, अपनियां फसलां छड्ड के साध संगत जी दिल्ली पहुंचे हुए है। उत्थे चुल्हे चौंके सारा कुछ, रजाइयां बिस्तरे सब उत्थे ही लैके बैठे है। पागल थोड़ा है, वेले थोड़ा है। वो क्यों बैठे ने? क्योंकि उन्हों का हक जिहड़ा है ना वो दबाया जा रहा है, हक खोया जाता है, खोया जा रहा हक। नहीं किनू लोड़ पई, इन्ने सियाल हुण शुरू हो गया भी अपने घर बार छड्ड के वो जाके वो सैकड़े साध संगत जी 250-300 किलोमीटर दिल्ली है, उत्थे किहड़े कमरे बुक किए हुए उन्होंने। हुणे मैं आ रहा सी बाईपास तो अपने पिंड वाल तो, वो पता नहीं किहड़े नगर तो सी, सारी एक ट्राली है, सारे जिवें वो जांदे ना आपां नूं होले महल्ले नूं, इस तरह ट्राली दे भरी हुई है, सारे बैठे ने। ते एक पिछे होर छोटी जी ट्राली, उहदे विच गैस सिलेंडर सारा कुछ ही, राशन पानी वो छोटी ट्राली च लद्या होया। ते मैं सिंघां नूं कहा भी पक्का ही दिल्ली तुरे हुए है, पूरी तैयारी करके। वो तां कर रहे ने क्योंकि हक दबाया जा, हक खोया जा रहा है। गुरु नानक साहब जी दे आउण तो पहला भी यही हालात सी। गुरु ग्रंथ साहिब जी कहते कल काती राजे कसाई, कल युग दे राजे कसाई बने हुए सी, उदों भी बने सी ते हुण भी बने ने। कल काती राजे कसाई, धर्म पंख कर उड़ रहा। पंख कहते ने खंभा नूं, उड़ रहा तो भाव उड़ गया। सतगुरु कहते मैं संसार च आके वेखिया भी धर्म जेड़ा मैनू इउं लग्या भी धर्म जिवें खंभ ला के उड़ गया होवे। कल काती राजे का साई, धर्म पंख कर उड़ रहा। कहते धर्म इउं दिसिया भी धर्म दे खंभ लग गए ते धर्म उड़ गया, दिसदा नहीं है। ते अगे बचन कीता कूड़ अमावस सच चंद्रमा। कूड़ अमावस, अमावस कहंदे ने मस्या नूं। जिस दिन मस्या हुंदी है ना साध संगत जी, तुहानूं सारिआं नूं पता होएगा, जिस दिन मस्या हुंदी है उस दिन बाहर हनेरा हुंदा है रात नूं। कारण की है जी उहदा? मस्या वाले दिन बाहर साध संगत जी असमान दे विच बाहर हनेरा हुंदा है। कारण की है हनेरे दा? क्योंकि उस दिन मस्या है। मस्या तो भाव भी उस दिन चंद्रमा बिल्कुल नहीं हुंदा। चंद्रमा दी रूटीन है 15 दिन वधदा ते 15 दिन घटदा है। तुसीं काउंट करियो, गिणती करियो दिनां दी, बाहर निकल के होएगी। अज पूर्णमाशी है ना, अज पूर्णमाशी है। अज तुसीं आकाश विच देखोगे ते चंद्रमा पूरा खिड़िया है, बिल्कुल पूरा है। वेखियो मोबाइल सारिਆਂ ਕੋਲ है, फोटो खिंच लियो, कालू खिंचियो। 15 दिन 14-15 दिन फोटो क्लिक करियो अपने मोबाइल ते। रोज दी फोटो वो कली कली वेखियो, तुहानू नजर आएगा। क्योंकि अखां दा भुलेखा पै सकदा है। अज वेखिया कालू वेखिया पता नहीं लगना भी किन्ना क घटिया जां नहीं। जदों साडे कोल फोटोआं होणगीਆਂ फिर पता लगेगा भी हाँ फर्क पैंदा है। जेड़ा अज चंद्रमा है कल नूं घटना शुरू हो जाना है। 1 2 3 4 5 दिन 10 दिन। अज तो 15वें दिन नूं चंद्रमा तुहानू आकाश विच दिसना नहीं है रात नूं। ਉਹ दिन साध संगत जी गिणती के मुताबिक मस्या वाला दिन गिणिया जाता है। भाव घुप हनेरा। फिर जदों मस्या लंघ जाती है उस तो अगले दिन फिर चंद्रमा फिर वधना शुरू हो जाता है। फिर थोड़ा जा, फिर उस तो बाद दूजे तीजे चौथे दिन, 5वें दिन, 10वें दिन, फिर मस्या तो जदों 15 दिन होर उत्ते हो जाते ने, वो 15वें दिन
फिर साध संगत जी चंद्रमा फिर पूरा हो जाता है जिवें अज है। ये पूरे महीने का गेड़ है इहदा चंद्रमा का। ये सृष्टि है, ये कुदरत है अकाल पुरख जी की। भै विच सूरज भै विच चंद, कोह करोड़ी चलत नानक। भै विच पवन वहै सदबाओ, भै विच चलै है लख दरियाओ। भै विच अगन कढै वेगार, भै विच धरती दबी भार। भै विच इंद फिरै सिर भार, भै विच राजा धर्म द्वार। भै विच सूरज भै विच चंद, कोह करोड़ी चलत नानक। ये कुदरत है, ये अकाल पुरख की बेअंत कुदरत है जेड़ी एक रस चल रही है, एक रस वग रही है। ते साध संगत जी गुरु ग्रंथ साहिब जी कहते ने कूड़ अमावस, अमावस तो भाव मस्या। हुण कादी मस्या होई हुई सी? कूड़ कहते ने झूठ नूं। कूड़ अमावस, कूड़ दी मस्या चढ़ी हुई है। भाव कूड़ ने झूठ ने हनेरा किया होया है। झूठ ने कूड़ ने हनेरा किया होया है। कूड़ दी मस्या चढ़ी, कूड़ अमावस सच चंद्रमा। सच दा चंद्रमा दिस नहीं रहा। झूठ दी दुनिया, झूठ दा हनेरा छाया होया है। कुछ सुझदा नहीं, जिवें मस्या वाले दिन बाहर वेखोगे कुछ नहीं सुझदा। संसार दे हालात इस तरह दे होए हुए सी। झूठ ने, फरेब ने, बेईमानी ने, धक्के ने सच दा चंद्रमा लुकोता। सच दिस ही नहीं सी रहा। जेड़ा सच सी वो अलोप हो गया। सच्चे बंदे नूं तां उठण ही नहीं सी दिंदे। अज तुसीं सच बोल के वेख लो, तुहानूं फाहे ला देणगे। अज साध संगत जी जेड़े बंदे सच बोलण वाले ने उन्हां नूं जेलां विच डक दिता जांदा है। जेड़ा बंदा झूठ बोलदा है, झूठा है, वो शरेआम घुमदा दिसेगा तुहानूं। जेड़ा धर्मी बंदा है उहदे ते अत्याचार हुंदे तुसीं वेखोगे, पर जेड़ा पापी है, अपराधी है, गुनहगार है, वो खुलेआम घुमदा तुसीं वेखोगे। अज दा भी दौर इस तरह का ही है। गुरु नानक साहब जी रहमतां बख्शिशां करन, किते आप सतगुरु रहमतां वरता देण ते जग दे उत्ते, संसार उत्ते ठंड पै जाए। आ 2020 जेड़ा है ना, ये सारे दा सारा तुहानूं पता ही है भी किवें चल रहा है, किन्ना कुछ होया इत्थे। किन्ना कुछ 2020 की शुरुआत दे विच होया है। पहला पिछले साल हड़ आ गए, कई पिंडां दे पानी नाल हड़ गए, पिंड फसलां खराब हो गईयां। 2020 चढ़े है, चढ़दे सारा करोना आ गया। ते हुण तक साध संगत जी लोकां दे साह सुकाए पए ने। किन्ने महीने लोग घरां च बिठा ते उस तो बाद ते हुण किसानां वाला रौला पै गया। ये भी वधदा ही जा रहा है। किन्ना कुछ होया। ये सब झूठ दा पसारा पसर रहा है। सच बोलण वाले नूं तां कोई सुनवाई नहीं, सच बोलण वाले नूं तां कोई अगे होण ही नहीं दिंदा। कहंदे ने कूड़ अमावस सच चंद्रमा। साहिब गुरु ग्रंथ साहिब जी कहंदे दिसै नाही कह चढ़िया। किथे चढ़िया होया सच दा चंद्रमा दिस ही नहीं सी रहा। सतगुरु गुरु नानक साहब जी दे आउण तो पहलां दे हालात ते श्री गुरु ग्रंथ साहिब जी इउं दसदे ने। सारे कूड़ दा हो गया पसारा। सारे बोलिया करो। एक पंक्ति दास पढ़ेगा, एक भाई पढ़नगे जथे समेत, तीसरी वार च माइयां बोलियो। अज असी ना हुण अद्धा क घंटा ला के आए हैं ते साध संगत जी वो माइयां पता नहीं दिन च लंगर लाया होया सी वधिया, वो छक के उन्हां दी आवाज़ निकली। सवेरे कीर्तन कीता उदों घट निकली है ते हुण ना हुण उच्ची उच्ची बोलदियां सी। मैनू लगदा तां बोलदियां सी भी हुण चले जाणगे, फिर असीं बाद विच लगियां रहणगीਆਂ। वो माइयां नूं टाइम दे के आए असीं भी। हुण जिहड़ा साडा टाइम रहिंदा ना, असीं मगरूड़ जाके लाउणा ते साडा रहिंदा टाइम तुसीं लाउणा।
ਤੇ ਉਹ ਬੜੇ ਪਿਆਰ ਵਿੱਚ ਉੱਚੀ ਉੱਚੀ ਮਾਈਆਂ ਬੋਲ ਰਹੀਆਂ ਸੀ ਭੈਣਾਂ, ਤੇ ਤੁਸੀਂ ਵੀ ਬੋਲਿਓ। बड़े सौखे शब्द ने, तीसरी बार च बोलियो। टकाकी बजाई सारे, हौली हौली ढोलक बजाई, सारे बोल लैन। सारे कूड़ दा हो गया पसारा, सच वाला काल पै गया। इस तरह आपां पढ़ना है। तीसरे हिस्से च सारियां माइयां भैणां बोलियो। सारे कूड़ दा हो गया पसारा, सच वाला काल पै गया। सारे कूड़ दा हो गया पसारा, सच वाला काल पै गया। बोलो सच वाला काल पै गया। गज के सारे कूड़ दा हो गया पसारा जी, हो गया पसारा, सच वाला काल पै गया। सारे कूड़ दा हो गया पसारा, सच वाला काल पै गया। सच वाला काल पै गया। सारे कूड़ दा, वाह बई वाह, सच वाला सच वाला जी काल पै गया। सच वाला जी काल पै गया। काल पै गया। कूड़ दा हो गया पसारा, सच वाला काल पै गया। कूड़ दा हो गया पसारा, सच वाला काल पै गया। सारे कूड़ दा हो गया पसारा, सच वाला काल पै गया। कूड़ अमावस सच चंद्रमा दिसै नाही कह चढ़िया। सच ਦਾ ਚੰਦਰਮਾ ਅਲੋਪ ਹੋ ਚੁੱਕਿਆ ਸੀ, ਭਾਵ ਸੱਚ ਨੂੰ ਦਬਾ ਦਿੱਤਾ ਗਿਆ ਸੀ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਝ ਲਕਾਵਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਾਸਨ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਸੰਸਾਰ ਨਿੱਘਰ ਗਿਆ ਸੀ, ਦਬਿਆ ਹੋਇਆ ਸੀ।
ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ ਤੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਸੰਸਾਰ ਵਿੱਚ ਆਏ। ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਸਤਿਗੁਰੂ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ। ਜਿਵੇਂ ਸੂਰਜ ਨਿਕਲਣ ਦੇ ਨਾਲ ਤਾਰੇ ਛਿਪ ਜਾਂਦੇ ਨੇ ਨਾ, ਜਦੋਂ ਗੁਰੂ ਨਾਨਕ ਸਾਹਿਬ ਜੀ ਬਹਿ ਜਾਂਦੇ ਸੀ ਜਾ ਕੇ, ਵੱਡਿਆਂ ਵੱਡਿਆਂ ਦੀ ਨੀਵੀਂ ਪੈ ਜਾਂਦੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੱਡਿਆਂ ਵੱਡਿਆਂ ਦੀ ਨੀਵੀਂ ਪੈ ਜਾਂਦੀ ਸੀ। ਵੱਡੇ ਵੱਡੇ ਸਾਧ ਸੰਗਤ ਜੀ ਜਿਹੜੇ ਗਿਆਨਵਾਨ ਸੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਵੀ ਸਾਡੇ ਵਰਗਾ ਕੋਈ ਨਹੀਂ ਹੈ, ਉਹਨਾਂ ਦਾ ਗਿਆਨ ਸਾਧ ਸੰਗਤ ਜੀ ਫਿੱਕਾ ਪੈ ਜਾਂਦਾ ਸੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ। ਜਿਵੇਂ ਸਾਧ ਸੰਗਤ ਜੀ ਜਦੋਂ ਵੱਡੀ ਲਾਈਟ ਬਲਦੀ ਹੈ ਨਾ, ਜਿਹੜੇ ਦੀਵੇ ਹੁੰਦੇ ਨੇ, ਦੀਵੇ ਦੇ ਸਾਧ ਸੰਗਤ ਜੀ ਜਦੋਂ ਦੀਵਾ ਬਲਦਾ ਹੈ ਨਾ, ਦੀਵੇ ਦੇ ਸਾਹਮਣੇ ਵੱਡੀ ਲਾਈਟ ਬਾਲ ਦਿਓ, ਦੀਵਾ ਮੱਧਮ ਪੈ ਜਾਂਦਾ ਹੈ। ਵੱਡੀ ਲਾਈਟ ਜਦੋਂ ਪੈਂਦੀ ਹੈ ਤੇ ਦੀਵਾ ਮੱਧਮ ਪੈ ਜਾਂਦਾ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਿਆਨ ਦੇ ਭੰਡਾਰ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਗਿਆਨ ਦੇ ਖਜ਼ਾਨੇ, ਭਗਤੀ ਦੇ ਖਜ਼ਾਨੇ, ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਸਾਧ ਸੰਗਤ ਜੀ ਗੁਰਬਾਣੀ ਦਾ ਬਚਨ ਸੁਣਾਉਂਦੇ ਸੀ ਨਾ, ਵੱਡੇ ਵੱਡੇ ਗਿਆਨਵਾਨ ਲੋਕ ਦੀਵਿਆਂ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਦੇ ਸਾਹਮਣੇ ਫਿੱਕੇ ਪੈ ਜਾਂਦੇ ਸੀ। ਉਹਨਾਂ ਨੂੰ ਗੱਲ ਨਹੀਂ ਸੀ ਆਉਣਦੀ। ਵੱਡੇ ਵੱਡੇ ਜੋਗੀ ਲੋਕ, ਵੱਡੇ ਵੱਡੇ ਸਿੱਧ ਲੋਕ, ਸਾਧ ਸੰਗਤ ਜੀ ਜਿਹੜੇ ਆਪਣੇ ਆਪ ਨੂੰ ਬਹੁਤ ਵੱਡੇ ਕਹਾਉਂਦੇ ਸੀ, ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਜਦੋਂ ਜਾ ਕੇ ਬਾਣੀ ਦਾ ਹੋਕਾ ਦਿੰਦੇ ਸੀ ਨਾ, ਜਦੋਂ ਬਾਣੀ ਦਾ ਸਤਿਗੁਰੂ ਜੀ ਨੇ ਹੋੜਾ ਦੇਣਾ ਤੇ ਵੱਡੇ ਵੱਡੇ ਜੋਗੀ ਲੋਕ, ਸਿੱਧ ਲੋਕ, ਸਾਧ ਸੰਗਤ ਜੀ ਫਿੱਕੇ ਪੈ ਜਾਂਦੇ ਸੀ। ਰਾਹ ਭੁੱਲ ਜਾਂਦਾ ਸੀ ਉਹਨਾਂ ਨੂੰ ਵੀ ਜਾਈਏ ਤੇ ਜਾਈਏ ਕਿੱਧਰ ਨੂੰ। ਸਤਿਗੁਰੂ ਜੀ ਨੇ ਬਹਿ ਜਾਣਾ, ਸਾਰੀ ਖਲਕਤ, ਸਾਰੀ ਦੁਨੀਆ ਗੁਰੂ ਨਾਨਕ ਸਾਹਿਬ ਜੀ ਦੇ ਦੁਆਲੇ ਹੋ ਜਾਂਦੀ ਸੀ। ਕਿਉਂਕਿ ਸਾਧ ਸੰਗਤ ਜੀ ਜਿੱਥੇ ਸੁਗੰਧੀ ਹੈ ਉੱਥੇ ਹੀ ਭੌਰੇ ਆਉਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਫੁੱਲ ਉੱਤੇ ਸੁਗੰਧੀ ਹੈ ਨਾ, ਉੱਥੇ ਹੀ ਭੌਰਿਆਂ ਨੇ ਆਉਣਾ ਹੈ ਸੁਗੰਧੀ ਲੈਣ ਵਾਸਤੇ। ਜਿਹੜੇ ਫੁੱਲਾਂ ਵਿੱਚ ਸੁਗੰਧੀ ਨਹੀਂ, ਉੱਥੇ ਭੌਰੇ ਨਹੀਂ ਆਇਆ ਕਰਦੇ। ਗੁਰੂ ਨਾਨਕ ਸਾਹਿਬ ਜੀ ਜਦੋਂ ਬਹਿ ਜਾਂਦੇ ਸੀ, ਜਦੋਂ ਗੁਰੂ ਨਾਨਕ ਸਾਹਿਬ ਜੀ ਬਹਿ ਕੇ ਸਾਧ ਸੰਗਤ ਜੀ ਜਦੋਂ ਮਹਾਰਾਜ ਬਾਣੀ ਪੜ੍ਹਦੇ ਸੀ, ਕੀਰਤਨ ਕਰਦੇ ਸੀ, ਗੁਰੂ ਕੀਆਂ ਸੰਗਤਾਂ ਬੜੇ ਪਿਆਰ ਵਿੱਚ ਬਹਿ ਜਾਇਆ ਕਰਦੀਆਂ ਸੀ। ਬੜੇ ਪਿਆਰ ਦੇ ਵਿੱਚ ਗੁਰੂ ਕੀਆਂ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਸੁਣਨੇ, ਕਿਉਂਕਿ ਇਲਾਹੀ ਬਚਨ ਨੇ, ਰੱਬੀ ਬਚਨ ਨੇ। ਚਾਰ ਉਦਾਸੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ, ਸੁਣਦੇ ਆਉਂਦੇ ਆਪਾਂ ਬੜੇ ਸਮੇਂ ਤੋਂ। ਚਾਰ ਉਦਾਸੀਆਂ, ਪੂਰਬ ਵਾਲੇ ਪਾਸੇ ਗਏ, ਪੱਛਮ ਵਾਲੇ ਪਾਸੇ ਗਏ, ਉੱਤਰ ਵਾਲੇ ਪਾਸੇ ਗਏ, ਗੁਰੂ ਸਾਹਿਬ ਜੀ ਦੱਖਣ ਵਾਲੇ ਪਾਸੇ ਗਏ। ਕਿੰਨੇ ਪਾਸੇ ਗੁਰੂ ਨਾਨਕ ਸਾਹਿਬ ਜੀ ਨੇ ਸਾਧ ਸੰਗਤ ਜੀ ਲੁਕਾਈ ਨੂੰ ਤਾਰਨ ਵਾਸਤੇ, ਦੁਨੀਆ ਦੇ ਲੋਕਾਂ ਨੂੰ ਸਮਝਾਉਣ ਵਾਸਤੇ ਚੱਕਰ ਕੱਟਿਆ। ਆਪ ਚੱਲ ਕੇ ਗਏ ਗੁਰੂ ਨਾਨਕ ਸਾਹਿਬ ਜੀ। ਇੱਕ ਨਾ ਇਰਾਕ ਕੰਟਰੀ ਹੈ, ਇਰਾਕ ਦੇਸ਼ ਹੈ, ਮੁਸਲਮਾਨੀ ਦੇਸ਼ ਹੈ ਇਰਾਕ। ਇਰਾਕ ਦੇਸ਼ ਦਾ ਇੱਕ ਸ਼ਹਿਰ ਹੈ ਜਿਹਨੂੰ ਬਗਦਾਦ ਕਹਿੰਦੇ ਨੇ, ਬਗਦਾਦ ਸ਼ਹਿਰ ਹੈ। ਉਹ ਬਗਦਾਦ ਦੇ ਵਿੱਚ ਸਾਧ ਸੰਗਤ ਜੀ ਮੁਸਲਮਾਨ ਰਹਿੰਦੇ ਨੇ, ਕੱਟੜ ਮੁਸਲਮਾਨ ਰਹਿੰਦੇ ਸੀ। ਮੁਸਲਮਾਨਾਂ ਦੇ ਵਿੱਚ ਵੀ ਕਈ ਫਿਰਕੇ ਨੇ। ਇੱਕ ਸੁੰਨੀ ਨੇ, ਇੱਕ ਸ਼ਰਈ ਨੇ, ਭਾਵ ਇੱਕ ਕੱਟੜ ਨੇ ਬਹੁਤ, ਇੱਕ ਨਰਮ ਦਿਲ ਨੇ, ਇੱਕ ਕੱਟੜ ਬਹੁਤ ਨੇ। ਸਾਧ ਸੰਗਤ ਜੀ ਜਿਹੜੇ ਆਪਣੇ ਧਰਮ ਤੋਂ ਬਿਲਕੁਲ ਵੀ ਬਾਹਰ ਨਹੀਂ ਜਾਂਦੇ,
ਨਾ ਉਹ ਦੂਸਰੇ ਨੂੰ ਵੇਖ ਕੇ ਰਾਜੀ ਹੈ। ਜਿਹੜਾ ਬਗਦਾਦ ਸ਼ਹਿਰ ਸੀ ਨਾ, ਇਹ ਮੁਸਲਮਾਨਾਂ ਦਾ ਗੜ੍ਹ ਸੀ ਔਰ ਕੱਟੜ ਮੁਸਲਮਾਨ ਉੱਥੇ ਰਹਿੰਦੇ ਸੀ। ਉਸ ਬਗਦਾਦ ਸ਼ਹਿਰ ਦਾ ਇੱਕ ਪੀਰ ਸੀ ਜਿਹਦਾ ਨਾਮ ਦਸਤਗੀਰ ਲਿਖਿਆ ਹੈ। ਦਸਤਗੀਰ ਪੀਰ ਬੜਾ ਕਰਾਮਾਤੀ ਸੀ, ਉਹ ਬੜੀਆਂ ਕਰਾਮਾਤਾਂ ਜਾਣਦਾ ਸੀ ਤੇ ਜਿੰਨੇ ਵੀ ਬਗਦਾਦ ਸ਼ਹਿਰ ਦੇ ਲੋਕ ਸੀ ਉਹਦੇ ਪੈਰ ਪੂਜਦੇ ਸੀ। ਉਹਨੂੰ ਰੱਬ ਜਾਣਿਆ ਹੋਇਆ ਸੀ ਉਹਨਾਂ ਨੇ ਵੀ ਇਹੀ ਹੈ ਸਾਡੇ ਵਾਸਤੇ ਸਾਰਾ ਕੁਝ। ਕਿਉਂ? ਕਰਾਮਾਤੀ ਸੀ। ਸਾਨੂੰ ਵੀ ਮਾੜਾ ਜਿਹਾ ਕੋਈ ਦਿਖਾ ਦੇ ਇੱਥੇ, ਅਸੀਂ ਗੁਰਦੁਆਰਾ ਛੱਡ ਕੇ ਉਧਰ ਨੂੰ ਹੀ ਹੋ ਜਾਣਾ। ਮਾੜਾ ਜਿਹਾ ਦਿਖਾ ਦੇ ਕੋਈ ਸਾਨੂੰ, ਥੋੜਾ ਜਿਹਾ ਕੁਝ ਕਰਕੇ ਵੀ ਇਹੀ ਰੱਬ ਹੈ ਸਾਡੇ ਵਾਸਤੇ। ਗੁਰੂ ਨੂੰ ਛੱਡ ਦਿੰਦੇ ਆ ਆਪਾਂ, ਹਾਲ ਕਿ ਹੁੰਦਾ ਉਹਦੇ ਕੋਲ ਕੁਝ ਵੀ ਨਹੀਂ ਹੈ। ਲੋਕ ਦਿਖਾਵੇ, ਪਰ ਲੋਕ ਮਾੜਾ ਜਿਹਾ ਕੁਝ ਕਿਣਕਾ ਜਿਹਾ ਦੇਖ ਕੇ ਉਹਨਾਂ ਦਾ ਉਧਰ ਨੂੰ ਹੋ ਤੁਰਦੇ ਆ ਵੀ ਖਰੇ ਇਹੀ ਰੱਬ ਹੈ। ਜਦੋਂ ਸਾਡੇ ਜੀਵਨ ਵਿੱਚ ਗਿਆਨ ਆ ਗਿਆ ਨਾ ਗੁਰੂ ਜੀ ਦਾ, ਫਿਰ ਸਾਨੂੰ ਚੰਗੇ ਤੇ ਮੰਦੇ ਦੀ ਪਰਖ ਹੋ ਜਾਏਗੀ। ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਆਹ ਬੰਦਾ, ਇਹਦੀਆਂ ਗੱਲਾਂ, ਆਹ ਕੰਮ ਹੈ ਇਹਦੇ, ਆਹ ਇਹਦੀਆਂ ਗੱਲਾਂ ਨੇ, ਇਹ ਬੰਦਾ ਸਾਨੂੰ ਫਰੇਬੀ ਲੱਗਦਾ ਹੈ, ਝੂਠਾ ਲੱਗਦਾ ਹੈ, ਇਹ ਬੰਦਾ ਸਾਨੂੰ ਠੱਗਣ ਵਾਲਾ ਲੱਗਦਾ ਹੈ। ਜਦੋਂ ਅਸੀਂ ਗਿਆਨ ਤੋਂ ਹੀਣੇ